ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਖਬਰ ਪੜਤਾਲ। ਮੈਂ ਹਾਂ ਗਗਨਦੀਪ ਸਿੰਘ ਤੇ ਗੱਲਬਾਤ ਕਰਾਂਗੇ ਅੱਜ ਕਿਸਾਨ ਜਥੇਬੰਦੀਆਂ ਦੀ ਜੋ ਬੀਤੇ ਦਿਨੀ ਬੈਠਕ ਹੋਈ ਹੈ। ਉਸ ਬੈਠਕ ਤੋਂ ਬਾਅਦ ਬਹੁਤ ਵੱਡੇ ਐਲਾਨ ਨੇ ਕਿਸਾਨ ਜਥੇਬੰਦੀਆਂ ਨੇ ਜੋ ਕੀਤੇ ਨੇ। ਇਸ ਦੇ ਵਿੱਚ ਸਭ ਤੋਂ ਵੱਡਾ ਐਲਾਨ ਹੈ ਕਿ ਕਿਸਾਨ ਜਥੇਬੰਦੀਆਂ ਹੁਣ ਦਿੱਲੀ ਦੇ ਪੰਜੋ ਬਾਰਡਰ ਘੇਰ ਦੇਣਗੀਆਂ। ਜੋ ਮੁੱਖ ਸੜਕਾਂ ਦਿੱਲੀ ਦੇ ਅੰਦਰ ਆਉਂਦੀਆਂ ਨੇ ਉਹ ਘੇਰ ਦਿੱਤੀਆਂ ਜਾਣਗੀਆਂ ਤੇ ਆਰਥਿਕ ਰੂਪ ਦੇ ਵਿੱਚ ਵੀ ਘੇਰਾਬੰਦੀ ਜਿਹੜੀ ਦਿੱਲੀ ਦੀ ਹੋ ਜਾਣੀ ਹੈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਬਾਰਡਰ ਦੇ ਉੱਤੇ ਰਹਿ ਕੇ ਹੀ ਆਪਣਾ ਪ੍ਰਦਰਸ਼ਨ ਜ਼ਾਹਰ ਕਰਨ ਦਾ ਐਲਾਨ ਕੀਤਾ ਹੈ ਤੇ 8 ਮੁੱਖ ਮੰਗਾਂ ਨੇ ਜੋ ਕਿਸਾਨਾਂ ਨੇ ਰੱਖੀਆਂ ਨੇ। ਸੋ ਅਜਿਹੇ ਵੱਡੇ ਫੈਸਲੇ ਨੇ ਜੋ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਵੀ ਕਿਸਾਨਾਂ ਨੇ ਸਾਂਝੇ ਕੀਤੇ ਨੇ। ਇਹਨਾਂ ਸਾਰੇ ਵੱਡੇ ਮਸਲਿਆਂ ਤੇ ਇੱਕ ਇੱਕ ਕਰਕੇ ਚਰਚਾ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਫਿਰ ਚਰਚਾ ਦੇ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਗਗਨ ਜੀ, ਸਾਰਿਆਂ ਦੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਗ੍ਰਹਿ ਮੰਤਰੀ ਦਾ ਆਇਆ ਹੋਇਆ ਸੱਦਾ ਰੱਦ ਕਰਤਾ ਹੈ। ਉਹ ਕਹਿੰਦੇ ਕਿ ਅਸੀਂ ਬਰਾੜੀ ਦੇ ਮੈਦਾਨ ਦੇ ਵਿੱਚ ਨਹੀਂ ਜਾਣਾ ਤੇ ਦਿੱਲੀ ਦੇ ਵਿੱਚ ਰਵਾਂਗੇ, ਦਿੱਲੀ ਦੇ ਬਾਰਡਰਾਂ ਤੇ ਰਵਾਂਗੇ, ਪਰ ਹੁਣ ਜਿਹੜੀਆਂ ਰਹਿੰਦੀਆਂ ਸੜਕਾਂ ਨੇ ਉਹ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੰਨ ਲੈਣੀਆਂ ਨੇ। ਕਿਸ ਤਰ੍ਹਾਂ ਵੇਖ ਰਹੇ ਹੋ ਉਹਨਾਂ ਦੇ ਇਸ ਫੈਸਲੇ ਨੂੰ? ਪਹਿਲਾਂ ਤਾਂ ਗਗਨ ਮੈਂ ਇਹ ਸਪਸ਼ਟ ਕਰਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਪੂਰੇ ਮੁਲਕ ਦੇ ਕਿਸਾਨਾਂ ਦੀ ਹਮਾਇਤ ਮਿਲ ਰਹੀ ਹੈ। ਪੰਜਾਬ ਦੇ ਕਿਸਾਨ ਔਰ ਹਰਿਆਣੇ ਦੇ ਕਿਸਾਨ ਕਾਫੀ ਜ਼ਿਆਦਾ ਨਾਰਾਜ਼ ਨੇ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ। ਔਰ ਜਿਹੜੀ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਮੁੱਚੀ ਕਿਸਾਨੀ ਵੱਲੋਂ ਇਕੱਠੇ ਹੋ ਕੇ, ਉਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ, ਬਾਰ-ਬਾਰ ਕਿਹਾ ਜਾ ਰਿਹਾ ਕਿ ਇਹ ਖੇਤੀ ਕਾਨੂੰਨ ਬਹੁਤ ਚੰਗੇ ਨੇ। ਬੜੇ ਸਪਸ਼ਟ ਤਰੀਕੇ ਦੇ ਨਾਲ ਪੁੱਛ ਲਿਆ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਿ ਤੁਸੀਂ ਕਿਹੜੀਆਂ ਜਥੇਬੰਦੀਆਂ ਦੀਆਂ ਮੰਗਾਂ ਦੇ ਆਧਾਰ ਤੇ ਇਹ ਕਾਨੂੰਨ ਬਣਾਏ ਨੇ। ਦੇਸ਼ ਦੀਆਂ ਕਿਹੜੀਆਂ ਕਿਸਾਨ ਯੂਨੀਅਨਾਂ ਨੇ ਇਹ ਮੰਗ ਕੀਤੀ ਸੀ ਜੋ ਜੋ ਤੁਸੀਂ ਕਾਨੂੰਨਾਂ 'ਚ ਪਾਇਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਗਗਨ। ਕਿਸਾਨ ਕਹਿੰਦੇ ਜੋ ਅਸੀਂ ਮੰਗ ਰਹੇ ਸੀ ਉਹ ਚੀਜ਼ਾਂ ਖੇਤੀ ਕਾਨੂੰਨ 'ਚ ਨਹੀਂ ਪਾਈਆਂ ਗਈਆਂ ਔਰ ਸਰਕਾਰ ਕਹਿ ਰਹੀ ਹੈ ਕਿ ਇਹ ਖੇਤੀ ਕਾਨੂੰਨ ਬਹੁਤ ਚੰਗੇ ਨੇ। ਇਹਦਾ ਮਤਲਬ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਜਿਹੜੇ ਖੇਤੀ ਕਾਨੂੰਨ ਬਣਾਏ ਨੇ ਉਹ ਵੱਡੇ ਪੱਧਰ ਤੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨਾਲ ਵਿਚਾਰੇ ਹੀ ਨਹੀਂ ਗਏ। ਕਿੰਨੀ ਹੈਰਾਨੀ ਵਾਲੀ ਗੱਲ ਹੈ। ਇੱਕ ਕਿਸਾਨ 70% ਸਾਡੇ ਮੁਲਕ ਦੀ ਖੇਤੀਬਾੜੀ ਦੀ ਆਰਥਿਕਤਾ ਤੇ ਕਿਸਾਨਾਂ ਤੋਂ ਸਲਾਹ ਮਸ਼ਵਰਾ ਹੀ ਨਹੀਂ ਕੀਤਾ ਗਿਆ। ਸੋ ਬਿਨਾਂ ਸਲਾਹ ਮਸ਼ਵਰੇ ਕੀਤੇ ਕਾਨੂੰਨ ਬਣਾ ਕੇ ਇਹ ਕਹਿ ਦੇਣਾ ਕਿ ਇਹ ਕਿਸਾਨਾਂ ਦੇ ਬਹੁਤ ਵੱਡੇ ਹੱਕ 'ਚ ਨੇ। ਕੁਝ ਗੱਲਾਂ ਚੰਗੀਆਂ ਹੋਣਗੀਆਂ ਕਾਨੂੰਨ ਦੀਆਂ, ਸਾਰਾ ਕਾਨੂੰਨ ਮਾੜਾ ਨਹੀਂ ਹੁੰਦਾ, ਪਰ ਕਿਸਾਨਾਂ ਨੂੰ ਭਰੋਸੇ 'ਚ ਲਏ ਬਿਨਾਂ ਕਾਨੂੰਨ ਬਣਾ ਕੇ ਕਹਿ ਦੇਣਾ ਕਿ ਤੁਹਾਡੇ ਲਈ ਇਹੀ ਚੀਜ਼ ਫਾਇਦੇਮੰਦ ਹੈ, ਮੈਨੂੰ ਲੱਗਦਾ ਸ਼ਾਇਦ ਅਜਿਹਾ ਨਹੀਂ ਹੋਣਾ ਚਾਹੀਦਾ ਸੀ। 8 ਮੰਗਾਂ ਨੇ ਪੰਜਾਬ ਦੇ ਔਰ ਦੇਸ਼ ਦੇ ਕਿਸਾਨਾਂ ਦੀਆਂ। 8 ਮੰਗਾਂ ਇੱਕ ਵਾਰੀ ਮੈਂ ਸਾਂਝੀਆਂ ਕਰਦਾ ਜਿਹੜੀਆਂ ਉਹਨਾਂ ਨੇ ਕੱਲ ਫੇਰ ਐਲਾਨ ਦਿੱਤੀਆਂ ਨੇ। ਬਹੁਤ ਸਾਰੇ ਲੋਕਾਂ ਨੂੰ ਪੂਰੀਆਂ ਮੰਗਾਂ ਨਹੀਂ ਪਤਾ। 3 ਮੰਗਾਂ ਨੇ ਕਿ ਇਹ ਸਾਰੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ 2 ਆਰਡੀਨੈਂਸ ਨੇ ਉਹ ਵਾਪਸ ਲਏ ਜਾਣ। ਇੱਕ ਤਾਂ ਦੇਖੋ ਬਿਜਲੀ ਬਾਰੇ ਵੀ ਹੈ ਜੀ, ਬਿਜਲੀ ਬਾਰੇ ਆਰਡੀਨੈਂਸ ਦੀ ਤਿਆਰੀ ਹੋ ਰਹੀ ਹੈ ਔਰ ਇਸ ਤੋਂ ਇਲਾਵਾ ਪਰਾਲੀ ਬਾਰੇ ਆਰਡੀਨੈਂਸ ਹੈ ਕਿ 5 ਸਾਲ ਦੀ ਸਜ਼ਾ, 1 ਸਾਲ ਦਾ ਜੁਰਮਾਨਾ। ਇਹ ਵੀ ਉਹਨਾਂ ਨੇ ਕਿਹਾ ਕਿ ਆਰਡੀਨੈਂਸ ਵਾਪਸ ਲਏ ਜਾਣ। ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਮੇਂ-ਸਮੇਂ ਤੇ ਜਿਹੜੇ ਸੂਬੇ ਨੇ ਸੂਬਿਆਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ ਐਗਰੀਕਲਚਰ ਨਾਲ ਸੰਬੰਧਿਤ ਔਰ ਤੇਲ ਦੀਆਂ ਕੀਮਤਾਂ ਤੇ ਕਾਬੂ ਪਾਇਆ ਜਾਵੇ। ਦੇਖੋ ਤੁਸੀਂ ਪਿਛਲੇ ਸਮੇਂ 'ਚ ਮਹਾਮਾਰੀ ਦਾ ਦੌਰ ਸੀ, ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ ਡਿੱਗ ਗਈਆਂ, ਪ੍ਰਤੀ ਬੈਰਲ ਮਾਈਨਸ ਦੇ ਵਿੱਚ ਚਲਿਆ ਗਿਆ ਸੀ ਜੀ। ਮਨਮੋਹਨ ਸਿੰਘ ਦੇ ਰਾਜ ਨਾਲੋਂ ਵੀ ਬਹੁਤ ਜ਼ਿਆਦਾ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ ਔਰ ਕਿਸਾਨੀ ਡੀਜ਼ਲ ਤੇ ਚੱਲਦੀ ਹੈ। ਕੋਈ ਵੀ ਦੇਸ਼ ਦੀਆਂ ਸਰਕਾਰਾਂ ਹੁਣ 24 ਘੰਟੇ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਪੂਰਤੀ ਨਹੀਂ ਹੈ ਗਗਨ ਜੀ, ਹੈ ਜੀ। ਸੋ ਕਿਸਾਨਾਂ ਨੂੰ ਡੀਜ਼ਲ ਬਾਲਣਾ ਪੈਂਦਾ ਔਰ ਡੀਜ਼ਲ ਦਾ ਮੁੱਲ ਪੈਟਰੋਲ ਦੇ ਲਾਗੇ ਲੱਗ ਗਿਆ ਔਰ ਪੂਰੀ ਦੁਨੀਆ 'ਚ ਪਿਛਲੇ ਸਮੇਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਡਿੱਗੀਆਂ ਨੇ ਪਰ ਇੰਡੀਆ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨਹੀਂ ਘਟੀਆਂ। ਸੋ ਇਸ ਕਰਕੇ ਬੀਜੇਪੀ ਦੇ ਲੋਕ ਜਿਹੜੇ ਕਹਿੰਦੇ ਸੀ ਕਿ ਮਨਮੋਹਨ ਸਿੰਘ ਦੇ ਮੁਕਾਬਲੇ ਸਾਡੇ ਰਾਜ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟ ਜਾਣਗੀਆਂ, ਆ ਬੜੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਪਈਆਂ ਨੇ, ਉਹ ਦਾਅਵੇ ਸਾਰੇ ਫੋਕੇ ਨਿਕਲੇ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨਹੀਂ ਘਟੀਆਂ, ਜੋ ਕਿ ਸੱਚਮੁੱਚ ਬੜੀ ਚਿੰਤਾ ਵਾਲੀ ਵਿਸ਼ਾ ਹੈ। ਕਿਸਾਨ ਕਹਿੰਦੇ ਇਹ ਵੀ ਸਾਡੀ ਮੰਗ ਹੈ ਤੇਲ ਦੀਆਂ ਕੀਮਤਾਂ ਤੇ ਕਾਬੂ ਪਾਇਆ ਜਾਵੇ ਔਰ ਇਹਦੇ ਨਾਲ ਨਾਲ ਬਹੁਤ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਆਗੂ ਗ੍ਰਿਫਤਾਰ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸੋ ਇਹ 8 ਮੰਗਾਂ ਨੇ ਦੇਸ਼ ਦੇ ਕਿਸਾਨਾਂ ਦੀਆਂ, ਪੰਜਾਬ ਦੇ ਕਿਸਾਨਾਂ ਦੀਆਂ, ਹਰਿਆਣੇ ਦੇ ਕਿਸਾਨਾਂ ਦੀਆਂ ਔਰ ਕੇਂਦਰ ਸਰਕਾਰ ਨਾਲ ਉਹ ਕਹਿੰਦੇ ਗੱਲਬਾਤ ਇਹਨਾਂ 8 ਮੰਗਾਂ ਨੂੰ ਪ੍ਰਵਾਨ ਕੀਤੇ ਬਿਨਾਂ ਅਸੀਂ ਖਤਮ ਨਹੀਂ ਕਰਨੀ। ਸੋ ਦੇਖੋ ਗਗਨ, 2 ਗੱਲਾਂ ਨੇ। ਪਹਿਲੀ ਗੱਲ ਜਿਹੜੀ ਕੇਂਦਰ ਸਰਕਾਰ ਨੇ ਗਲਤੀ ਕੀਤੀ, ਕਿਸਾਨਾਂ ਨੇ ਕਿਹਾ ਅਸੀਂ ਰੇਲ ਗੱਡੀਆਂ ਦੀਆਂ ਲਾਈਨਾਂ ਛੱਡਤੀਆਂ, ਤੁਸੀਂ ਪੈਸੇਂਜਰ ਗੱਡੀਆਂ ਚਲਾਓ, ਸਾਨੂੰ ਕੋਈ ਇਤਰਾਜ਼ ਨਹੀਂ। ਪੰਜਾਬ 'ਚ ਬਾਰਦਾਨੇ ਦੀ ਕਮੀ ਆਈ,
ਪੰਜਾਬ 'ਚ ਯੂਰੀਆ ਦੀ ਕਮੀ ਆਈ, ਖੱਟੜ ਸਰਕਾਰ ਨੇ ਉਹਨਾਂ ਕਿਸਾਨਾਂ ਤੇ ਪਰਚੇ ਦੇਣੇ ਸ਼ੁਰੂ ਹੋ ਗਏ ਜਿਹੜੇ ਪੰਜਾਬ 'ਚ ਯੂਰੀਆ ਭੇਜ ਰਹੇ ਸੀ ਜਾਂ ਪੰਜਾਬ 'ਚ ਯੂਰੀਆ ਲੈ ਕੇ ਆ ਰਹੇ ਸੀ। ਨਰਿੰਦਰ ਮੋਦੀ ਦੇ 3 ਕਾਨੂੰਨ ਕਹਿੰਦੇ ਨੇ ਕਿ ਤੁਸੀਂ ਦੇਸ਼ 'ਚ ਜਿੱਥੇ ਮਰਜ਼ੀ ਖੇਤੀ ਕਰੋ। ਇਹ ਮੁਲਕ 'ਚ ਕਾਨੂੰਨ ਲਾਗੂ ਨੇ। ਕਹਿੰਦੇ ਜਿੱਥੇ ਮਰਜ਼ੀ ਮੁਲਕ 'ਚ ਖੇਤੀ ਕਰੋ, ਜਿੱਥੇ ਮਰਜ਼ੀ ਫਸਲਾਂ ਬੀਜੋ। ਤੇ ਹਰਿਆਣੇ ਵਾਲੇ ਕਹਿੰਦੇ ਕਿ ਅਸੀਂ ਯੂਰੀਆ ਪੰਜਾਬ ਨਹੀਂ ਜਾਣ ਦੇਣੀ, ਅਸੀਂ ਪਰਚੇ ਦੇ ਦਾਂਗੇ। ਸੋ ਪਹਿਲੀ ਗੱਲ, ਨਰਿੰਦਰ ਮੋਦੀ ਦੇ ਕਾਨੂੰਨ ਦੀ ਹਰਿਆਣੇ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨੇ ਹਵਾ ਕੱਢਤੀ ਤੇ ਕਿਸਾਨਾਂ ਨੂੰ ਸਮਝਾ ਰਹੇ ਨੇ ਕਿ ਸਾਡੇ ਖੇਤੀ ਕਾਨੂੰਨ ਬੜੇ ਚੰਗੇ ਨੇ। ਕਿਸਾਨਾਂ ਨੇ ਕਮੀਆਂ ਉਜਾਗਰ ਕੀਤੀਆਂ ਨੇ। ਭਾਵ ਜਦੋਂ ਕੇਂਦਰ ਅੜ ਗਿਆ ਕਿ ਨਹੀਂ ਅਸੀਂ ਮਾਲ ਗੱਡੀਆਂ ਨਹੀਂ ਚਲਾਉਣੀਆਂ, ਅਸੀਂ ਪੈਸੇਂਜਰ ਗੱਡੀਆਂ ਨਾਲ ਚਲਾਵਾਂਗੇ, ਤੇ ਫਿਰ ਹੁਣ ਕਿਸਾਨਾਂ ਦੀ ਅੜਨ ਦੀ ਵਾਰੀ ਹੈ। ਕਿਸਾਨਾਂ ਨੇ ਮਨਜ਼ੂਰੀ ਮੰਗੀ ਸੀ ਕੇਂਦਰ ਸਰਕਾਰ ਤੋਂ। ਉਦੋਂ ਕੇਂਦਰ ਸਰਕਾਰ ਨੇ ਮਨਜ਼ੂਰੀ ਦੀ ਬਜਾਏ ਉਹਨਾਂ ਨੂੰ ਜਲ ਤੋਪਾਂ ਦੇ ਗੋਲੇ ਛੱਡੇ, ਪਾਣੀ ਦੀਆਂ ਬੁਛਾੜਾਂ ਠੰਡ 'ਚ ਕੀਤੀਆਂ, ਹੈ ਜੀ। ਕੰਡੀਲੀਆਂ ਤਾਰਾਂ ਉਹ ਲਾਈਆਂ ਸੀ ਗਗਨ ਜਿਹੜੀਆਂ ਕਿ ਪੰਜਾਬ ਦੇ ਕਿਸਾਨ ਖੇਤਾਂ 'ਚ ਵੀ ਨਹੀਂ ਲਾ ਸਕਦੇ, ਕਿਉਂਕਿ ਜਾਨਵਰ ਉਹਦੇ ਨਾਲ ਜ਼ਖਮੀ ਹੁੰਦੇ ਨੇ। ਸਾਡੀਆਂ ਗਾਵਾਂ, ਮੱਝਾਂ, ਜਿਹੜੇ ਹੋਰ ਜੰਗਲੀ ਜਾਨਵਰ ਨੇ ਰਾਤਾਂ ਨੂੰ ਨਿਕਲਦੇ ਨੇ ਖੇਤਾਂ 'ਚ, ਜੰਗਲਾਂ 'ਚ, ਉਹ ਜ਼ਖਮੀ ਹੁੰਦੇ ਨੇ। ਉਹੇ ਜੀ ਕੰਡੀਲੀ ਤਾਰ ਜਿਹਦਾ ਗੋਲ ਚੱਕਰ ਬਣਿਆ ਹੁੰਦਾ, ਉਹ ਕਿਸਾਨਾਂ ਨੂੰ ਰੋਕਣ ਲਈ ਲਾਈ ਗਈ। ਹਰਿਆਣੇ ਵਾਲੇ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਨੇ ਤਾਂ ਇੰਤਹਾਈ ਕਰਤੀ। ਸਰਕਾਰੀ ਪੈਸੇ ਤੇ ਲੋਕਾਂ ਦੇ ਪੈਸੇ ਤੇ ਬਣੀਆਂ ਸੜਕਾਂ ਤੇ ਖੱਡੇ ਮਾਰਤੇ ਹੈ ਜੀ। ਉਹ ਹੁਣ ਜੱਟ ਨੂੰ ਖੱਡੇ ਕੀ ਕਹਿੰਦੇ ਆ? ਜੱਟ ਨੂੰ ਪਹਾੜ ਕੁਛ ਨਹੀਂ ਕਹਿੰਦੇ। ਪਹਾੜਾਂ ਤੇ ਖੇਤੀ ਕਰਦੇ ਜੱਟ ਦੇ ਹੱਥ ਪਹਾੜ ਲੱਗ ਜੇ ਤਾਂ ਹਿਮਾਚਲ ਵਾਲੇ ਕਰੀ ਜਾਂਦੇ ਆ ਨਾ। ਸੋ ਇਸ ਕਰਕੇ ਇਸ ਸਭ ਦੇ ਬਾਵਜੂਦ ਹੁਣ ਜਿਹੜਾ ਕਿਸਾਨ ਕਹਿੰਦੇ ਸਾਨੂੰ ਪ੍ਰਸਤਾਵ ਮਿਲਿਆ, ਉਹ 'ਚ ਲਿਖਿਆ ਸੀ ਕਿ ਤੁਸੀਂ ਉਸ ਮੈਦਾਨ 'ਚ ਜਾਓ ਬਰਾੜੀ ਦੇ, ਉਸ ਤੋਂ ਬਾਅਦ ਹੀ ਅਸੀਂ ਗੱਲਬਾਤ ਕਰਾਂਗੇ। ਸੋ ਕਿਸਾਨ ਕਹਿੰਦੇ ਅਸੀਂ ਸ਼ਰਤਾਂ ਤੇ ਗੱਲਬਾਤ ਨਹੀਂ ਕਰਨੀ। ਔਰ ਦੇਖਿਆ ਜਾਵੇ ਤਾਂ ਹੁਣ ਵਾਰੀ ਕਿਸਾਨਾਂ ਦੀ ਹੈ, ਕਿਉਂਕਿ ਸਰਕਾਰ ਨੇ ਜਿੰਨਾ ਜ਼ਿੱਦੀ ਰਵੱਈਆ ਦਿਖਾਇਆ ਸੀ, ਉਸ ਤੋਂ ਬਾਅਦ ਕਿਸਾਨ ਵੀ ਹੁਣ ਜ਼ਿੱਦੀ ਹੋ ਗਏ ਨੇ। ਹੁਣ ਮੈਂ ਇਹ ਕਹੂੰਗਾ, ਇਹ ਟਿਟ ਫੋਰ ਟੈਟ ਵਾਲੀ ਗੱਲ ਹੋ ਗਈ, ਅਦਲੇ ਦਾ ਬਦਲਾ। ਪਹਿਲਾਂ ਸਰਕਾਰ ਜ਼ਿੱਦੀ ਸੀ ਤੇ ਹੁਣ ਕਿਸਾਨ ਅੜੇ ਨੇ। ਔਰ ਕਿਸਾਨ ਪਹਿਲਾਂ, ਮੈਂ ਪੰਜਾਬੀ 'ਚੋਂ ਸ਼ਬਦ ਮੈਨੂੰ ਵਰਤਣਾ ਨਹੀਂ ਚਾਹੀਦਾ, ਕਿਸਾਨ ਬਹੁਤ ਨਿਮਰ ਹੋ ਕੇ ਮੰਗ ਕਰ ਰਹੇ ਸੀ ਵੀ ਰੇਲ ਗੱਡੀਆਂ ਵੀ ਚਲਾ ਦਿਓ, ਅਸੀਂ ਧਰਨੇ ਵਾਲੀਆਂ ਥਾਵਾਂ ਛੱਡਤੀਆਂ। ਕਹਿੰਦੇ ਸਟੇਸ਼ਨਾਂ ਤੋਂ ਵੀ ਬਾਹਰ ਜਾਓ, ਉਹ ਉੱਥੋਂ ਵੀ ਬਾਹਰ ਚਲੇ ਗਏ। ਕਹਿੰਦੇ ਪਾਰਕਿੰਗਾਂ ਵੀ ਛੱਡ ਦੇਣ ਕਿਸਾਨ। ਰੇਲ ਮੰਤਰੀ ਕਹਿੰਦੇ ਇਹਨਾਂ ਦੇ ਵੀ ਪਾਰਕਿੰਗਾਂ 'ਚ ਵੀ ਨਾ ਬੈਠਣ, ਫਿਰ ਅਸੀਂ ਰੇਲ ਗੱਡੀਆਂ ਚਲਾਵਾਂਗੇ। ਫਿਰ ਵੀ ਨਹੀਂ ਚਲਾਈਆਂ। ਕਿਸਾਨ ਜਥੇਬੰਦੀਆਂ ਨੂੰ ਕੈਪਟਨ ਨਾਲ ਮੀਟਿੰਗ ਕੀਤੀ। ਕੈਪਟਨ ਅਮਰਿੰਦਰ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਭਰੋਸਾ ਲੈ ਕੇ ਕੇਂਦਰ ਨੂੰ ਕਿਹਾ। ਔਰ ਜਦੋਂ ਕਿਸਾਨਾਂ ਨੇ ਐਲਾਨ ਕੀਤਾ ਕਿ ਅਸੀਂ 15 ਦਿਨ ਲਈ ਆਪਣਾ ਅੰਦੋਲਨ ਮੁਲਤਵੀ ਕਰਦੇ ਹਾਂ ਰੇਲ ਗੱਡੀਆਂ ਰੋਕਣ ਦਾ, ਜ਼ਿੱਦ ਤਾਂ ਛੱਡੀ ਕੇਂਦਰ ਦੀ ਸਰਕਾਰ ਨੇ। ਤੇ ਅੱਜ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਮਾੜੀ ਦੀ ਗੱਲ ਕਿਸਾਨਾਂ ਨੂੰ ਕਹਿ ਦਈਏ ਤੇ ਕਿਸਾਨ ਮੰਨ ਲੈਣ। ਕਿਸਾਨ ਅੜ ਗਏ। ਆ ਦੇਖ ਲਓ, ਟਿਟ ਫੋਰ ਟੈਟ। ਸੋ ਪੰਜਾਬੀਆਂ ਨੇ ਦਿੱਲੀ ਬਹੁਤ ਵਾਰ ਫਤਿਹ ਕੀਤੀ ਹੈ, ਇਤਿਹਾਸ ਕਹਿੰਦਾ। ਸੋ ਇੱਥੇ ਪੰਜਾਬੀ ਦਿੱਲੀ ਫਤਿਹ ਕਰਨ ਨਹੀਂ ਗਏ, ਇੱਥੇ ਪੰਜਾਬੀ ਆਪਣੇ ਹੱਕ ਫਤਿਹ ਕਰਨ ਗਏ ਨੇ ਕਿਸਾਨ। ਔਰ ਦੇਸ਼ ਦੇ ਕਿਸਾਨ, ਮੈਂ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਨਹੀਂ ਹੋ ਰਿਹਾ, ਮੁਲਕ ਦੇ ਕਿਸਾਨ। ਔਰ ਹੁਣ ਮੈਨੂੰ ਇਹ ਲੱਗਦਾ ਕਿ ਪ੍ਰਸਤਾਵ ਰੱਦ ਕਰਤੇ ਕੇਂਦਰ ਦੇ ਕਿਸਾਨਾਂ ਨੇ ਵੀ। ਔਰ ਹੁਣ ਕੇਂਦਰ ਨੂੰ ਇਹ ਕਹਿਣਾ ਪੈਣਾ ਕਿ ਅਸੀਂ ਬਿਨਾਂ ਸ਼ਰਤ ਗੱਲਬਾਤ ਕਰਨ ਲਈ ਤਿਆਰ ਹਾਂ। ਕੇਂਦਰ ਜਦ ਤੱਕ ਸ਼ਰਤਾਂ ਨਾਲ ਗੱਲਬਾਤ ਕਰਨੀ ਚਾਹੂਗੀ ਤਦ ਤੱਕ ਗੱਲਬਾਤ ਨਹੀਂ ਹੋਣੀ। ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੱਲ ਰਾਤ ਹੀ ਗਗਨ ਇੱਕ ਅਹਿਮ ਮੀਟਿੰਗ ਹੋਈ ਹੈ। ਮੈਂ ਉਹਨੂੰ ਗੁਪਤ ਮੀਟਿੰਗ ਨਹੀਂ ਕਹੂੰਗਾ। ਉਹਦੇ 'ਚ ਅਮਿਤ ਸ਼ਾਹ ਵੀ ਸੀ ਜਿਹੜੇ ਕਿ ਹੈਦਰਾਬਾਦ ਤੋਂ ਵਾਪਸ ਪਰਤ ਆਏ ਨੇ। ਉਹਦੇ ਵਿੱਚ ਰਾਜਨਾਥ ਸਿੰਘ ਵੀ ਸੀ, ਕੇਂਦਰੀ ਖੇਤੀਬਾੜੀ ਮੰਤਰੀ ਵੀ ਸੀ, ਔਰ ਕੁਝ ਹੋਰ ਵੀ, JP ਨੱਡਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨੇ, ਉਹ ਵੀ ਮੌਜੂਦ ਸੀ। ਕਿਉਂਕਿ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਾਂਗ ਜਿਹੜਾ ਇਹ ਅੰਦੋਲਨ ਹੈ ਇਹ ਮਜ਼ਬੂਤ ਹੁੰਦਾ ਜਾ ਰਿਹਾ ਹੈ। ਔਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਅਗਰ ਆਪਣੀਆਂ ਸ਼ਰਤਾਂ ਨਹੀਂ ਹਟਾਏਗੀ ਤੇ ਇਹ ਅੰਦੋਲਨ ਕਿਸਾਨਾਂ ਦਾ ਜਿਹੜਾ ਹੈ ਹੋਰ ਮਜ਼ਬੂਤ ਹੋ ਜਾਏਗਾ। ਔਰ ਮੈਂ ਨਹੀਂ ਚਾਹੁੰਦਾ ਕਿ ਕੇਂਦਰ ਤੇ ਕਿਸਾਨਾਂ 'ਚ ਟਕਰਾਅ ਵਧੇ। ਜਦੋਂ ਕੇਂਦਰ ਤੇ ਅੰਦੋਲਨਕਾਰੀਆਂ 'ਚ ਟਕਰਾਅ ਵੱਧਦਾ ਹੈ, ਲੋਕਾਂ ਨੂੰ ਵੀ ਉਹਦਾ ਨੁਕਸਾਨ ਭੁਗਤਣਾ ਪੈਂਦਾ ਹੈ। ਔਰ ਦੇਖੋ ਸਪਲਾਈ ਲਾਈਨਾਂ ਕੱਟੀਆਂ ਗਈਆਂ ਕਿੰਨੀਆਂ। ਔਰ ਕਿਸਾਨਾਂ ਨੇ ਸਪਸ਼ਟ ਕਹਿਤਾ ਗਗਨ ਕਿ ਅਸੀਂ 1-2 ਰਸਤੇ ਰੋਕੇ ਨੇ, ਅਸੀਂ ਮੈਦਾਨ 'ਚ ਨਹੀਂ ਜਾਣਾ। ਕਿਸਾਨਾਂ ਨੇ ਤਾਂ ਕਹਿ ਹੀ ਦਿੱਤਾ, ਮੈਦਾਨ 'ਚ ਜਾਣ ਦਾ ਮਤਲਬ ਹੈ ਕਿ ਜੇਲ੍ਹ ਵਿੱਚ ਚਲੇ ਜਾਣਾ ਇਹਨਾਂ ਦੀ। ਇਹ ਕਹਿ ਰਹੇ ਨੇ ਕਿਸਾਨ। ਔਰ ਕਿਸਾਨਾਂ ਨੇ ਇਹ ਵੀ ਕਹਿਤਾ ਕਈ ਉੱਥੇ ਅਹਿਮ ਬਾਰਡਰ ਨੇ ਦਿੱਲੀ 'ਚ ਜਾਣ ਦੇ। ਸਿੰਘੂ ਬਾਰਡਰ ਤੇ ਤਾਂ ਸਾਨੂੰ ਪਤਾ ਹੀ ਹੈ ਮੁਕੰਮਲ ਤੌਰ ਦੇ ਉੱਤੇ ਜਾਮ ਕੀਤਾ ਗਿਆ ਹੈ। ਬਰੇਲੀ ਤੇ ਦਿੱਲੀ ਹਾਈਵੇ ਹੈ, ਕਿਸਾਨ ਕਹਿੰਦੇ ਆਉਂਦੇ ਦਿਨਾਂ 'ਚ ਅਸੀਂ ਉਹ ਵੀ ਜਾਮ ਕਰ ਦੇਣਾ। ਬਰੇਲੀ ਦਿੱਲੀ ਹਾਈਵੇ ਕਹਿੰਦੇ ਅਸੀਂ ਮਥੁਰਾ ਤੇ ਆਗਰਾ ਦਾ ਹਾਈਵੇ ਹੈ ਉਹ ਵੀ ਅਸੀਂ ਜਾਮ ਕਰ ਦੇਣਾ। ਜੈਪੁਰ ਤੇ ਦਿੱਲੀ ਦਾ ਹਾਈਵੇ ਹੈ ਉਹ ਵੀ ਕਹਿੰਦੇ ਅਸੀਂ ਜਾਮ ਕਰ ਦੇਣਾ।
ਸੋ ਰਾਜਸਥਾਨ ਦੇ ਕਿਸਾਨ ਵੀ ਬਹੁਤ ਵੱਡੀ ਗਿਣਤੀ 'ਚ ਜਿਹੜੇ ਇਹਨਾਂ ਖੇਤੀ ਬਿੱਲਾਂ ਦੇ ਖਿਲਾਫ ਨੇ। ਸੋ ਪੂਰੇ ਮੁਲਕ ਦੇ ਕਿਸਾਨ ਇਹਨਾਂ ਖੇਤੀ ਬਿੱਲਾਂ ਦੇ ਖਿਲਾਫ ਹੋ ਰਹੇ ਨੇ। ਦੇਖੋ ਕੇਂਦਰ ਨੇ ਗਲਤੀ ਗਗਨ ਇਹ ਕੀਤੀ ਹੈ, ਕੇਂਦਰ ਨੇ ਆਰਡੀਨੈਂਸ ਲਿਆਂਦਾ। ਆਰਡੀਨੈਂਸ ਲਿਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਸੀ ਕੇਂਦਰ ਦੀ ਸਰਕਾਰ ਨੂੰ। ਕੇਂਦਰ ਦੀ ਸਰਕਾਰ ਨੂੰ ਕਿਸਾਨਾਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀ। ਕਿਸਾਨਾਂ ਦੀਆਂ ਮੰਗਾਂ ਹੋਰ ਨੇ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅੱਜ ਤੱਕ ਇਨ ਬਿਨ ਮੁਲਕ 'ਚ ਲਾਗੂ ਨਹੀਂ। ਕਿੰਨੀ ਵਾਰੀ ਸਰਕਾਰਾਂ ਬਣ ਗਈਆਂ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ, ਔਰ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਦਿੱਲੀ 'ਚ ਤਾਂ ਕਿਸਾਨ ਖੁਸ਼ ਹੀ ਬੜੇ ਨੇ, ਉਹਨਾਂ ਨੂੰ ਚਾਹੀਦਾ ਹੀ ਕੁਛ ਨਹੀਂ। ਆ ਕਿੱਡੀਆਂ ਮੰਗਾਂ, ਹੁਣ ਦਿੱਲੀ ਦੇ ਕਿਸਾਨ ਵੀ ਨਾਲ ਆ ਗਏ। ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਵੀ ਦਿੱਲੀ ਦੇ ਕਿਸਾਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਅਸੀਂ ਤਾਂ MSP ਤੋਂ ਵੱਧ ਮੁੱਲ ਦੇਈ ਜਾਂਦੇ ਹਾਂ, ਦਿੱਲੀ ਦੇ ਕਿਸਾਨ ਵੀ ਵੱਡੀ ਗਿਣਤੀ 'ਚ ਇਸ ਅੰਦੋਲਨ 'ਚ ਆ ਗਏ। ਦਿੱਲੀ ਦੇ ਕਿਸਾਨ ਆਗੂ ਵੀ ਅੰਦੋਲਨ 'ਚ ਆ ਗਏ। ਭਾਵ ਦਿੱਲੀ ਦੀ ਸਰਕਾਰ ਵੀ ਕਿਤੇ ਨਾ ਕਿਤੇ ਇਸ ਮਸਲੇ ਨੂੰ ਸੰਭਾਲ ਨਹੀਂ ਸਕੀ। ਔਰ ਅੱਜ ਕਿਸਾਨਾਂ ਨੇ ਕਹਿ ਦਿੱਤਾ ਕੋਈ ਆਪ ਨਹੀਂ, ਕੋਈ ਅਕਾਲੀ ਦਲ ਨਹੀਂ, ਕੋਈ ਕਾਂਗਰਸ ਨਹੀਂ, ਕੋਈ BJP ਨਹੀਂ, ਕੋਈ ਟਕਸਾਲੀ ਨਹੀਂ, ਕੋਈ ਅਕਾਲੀ ਦਲ ਅੰਮ੍ਰਿਤਸਰ ਨਹੀਂ, ਕੋਈ ਪੋਲੀਟੀਕਲ ਪਾਰਟੀ ਧਿਰ ਨਹੀਂ, ਢੀਂਡਸਾ ਸਾਹਿਬ ਜਾਂ ਕੋਈ PDA ਪੂੜੀਏ ਖਹਿਰਾ ਸਾਹਿਬ ਜਾਂ ਬੈਂਸ ਵਾਲੀ ਕੋਈ ਧਿਰ ਨਹੀਂ, ਸਿਰਫ ਕਿਸਾਨੀ ਇੱਕ ਧਿਰ ਹੈ। ਸਾਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ, ਨਾ ਸਾਨੂੰ ਕਾਂਗਰਸ ਗੁੰਮਰਾਹ ਕਰ ਸਕਦੀ ਹੈ, ਨਾ ਆਪ, ਨਾ ਅਕਾਲੀ, ਨਾ ਟਕਸਾਲੀ ਤੇ ਨਾ ਕੋਈ ਹੋਰ। ਔਰ ਸਪਸ਼ਟ ਅੱਜ ਕਿਸਾਨਾਂ ਨੇ ਕਹਿਤਾ, ਕਿਉਂਕਿ ਕੌਮੀ ਮੀਡੀਆ ਦੇ ਕਈ ਪੱਤਰਕਾਰਾਂ ਨੇ ਫਿਰ ਉਹੀ ਸਵਾਲ ਪੁੱਛੇ ਕਿ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਤੁਹਾਡੇ ਪਿੱਛੇ ਪੋਲੀਟੀਕਲ ਪਾਰਟੀਆਂ ਨੇ। ਸੋ ਕਿਸਾਨਾਂ ਨੇ ਅੱਜ ਕਈਆਂ ਨੇ ਉੱਥੇ ਅੰਗਰੇਜ਼ੀ ਵੀ ਬੋਲੀ। ਸੋ ਅੱਜ ਮੈਨੂੰ ਲੱਗਦਾ ਕੌਮੀ ਮੀਡੀਆ ਦੇ ਕਈ ਚੈਨਲਾਂ ਨੂੰ ਤਾਂ ਗਸ਼ ਪੈਂਦੇ ਹੋਣਗੇ ਜੀ ਵੀ ਪੰਜਾਬ ਦੇ ਕਿਸਾਨ ਅੰਗਰੇਜ਼ੀ ਬੋਲਣ ਵਾਲੇ ਵੀ ਹੈਗੇ ਨੇ, ਬਿਲਕੁਲ ਹੈਗੇ ਨੇ। ਅੱਜ ਕਈ ਕਿਸਾਨਾਂ ਨੇ ਅੰਗਰੇਜ਼ੀ ਵੀ ਬੋਲੀ। ਠੀਕ ਹੈ, ਹਿੰਦੀ 'ਚ ਸਾਡੀ ਜ਼ੁਬਾਨ ਥੋੜੀ ਜਿਹੀ ਕਮਜ਼ੋਰ ਹੁੰਦੀ ਹੈ, ਹਿੰਦੀ 'ਚ ਥੋੜੀ ਜਿਹੀ ਸਾਡੀ, ਲੇਕਿਨ ਪੰਜਾਬੀ ਦਾ ਮੁਕਾਬਲਾ ਕੋਈ ਨਹੀਂ। ਹਿੰਦੀ ਨਾਲੋਂ ਵੀ ਵੱਡੀ ਭਾਸ਼ਾ ਮੈਂ ਪੰਜਾਬੀ ਨੂੰ ਮੰਨਦਾ। ਪੂਰੀ ਦੁਨੀਆ 'ਚ ਪੰਜਾਬੀ ਬੋਲੀ ਜਾਂਦੀ ਹੈ ਜੀ। ਠੀਕ ਹੈ, ਹਿੰਦੀ ਵੀ ਸਾਡੀ ਜਿਹੜੀ ਹੈਗੀ ਹੈ ਮੁੱਖ ਭਾਸ਼ਾ ਹੈ ਸਾਡੇ ਮੁਲਕ ਦੀ। ਹਿੰਦੀ ਮੈਂ ਵੀ ਪੜ੍ਹੀ ਹੈ, ਹਿੰਦੀ ਮੈਂ 10ਵੀਂ 'ਚ ਹਿੰਦੀ ਪੜ੍ਹੀ ਹੈ। 10ਵੀਂ 'ਚ ਸਾਨੂੰ 8ਵੀਂ 9ਵੀਂ 10ਵੀਂ 'ਚ ਮੈਂ, ਕਿਉਂਕਿ ਸਰਕਾਰੀ ਸਕੂਲ 'ਚ ਵੀ ਪੜ੍ਹਿਆ ਪਹਿਲਾਂ, 7ਵੀਂ 8ਵੀਂ ਤੱਕ, 8ਵੀਂ ਤੱਕ ਸ਼ਾਇਦ ਮੈਂ ਸਰਕਾਰੀ ਸਕੂਲਾਂ 'ਚ ਵੀ ਪੜ੍ਹਿਆ, ਵਿੱਚ ਕਦੀ ਪ੍ਰਾਈਵੇਟ ਕਦੀ ਸਰਕਾਰੀ ਆਈ ਚਲੀ ਜਾਂਦਾ ਸੀ। ਸਾਡੇ ਟਾਈਮ ਤੇ ਤਾਂ ਅਸੀਂ ਤਾਂ ਫੱਟੀਆਂ ਵੀ ਪੋਚੀਆਂ ਤੇ ਟਾਟ ਤੇ ਬਹਿ ਕੇ ਪੜ੍ਹੇ ਹਾਂ। ਸੋ ਸਾਰੀ ਤਰ੍ਹਾਂ ਦੇ ਦੌਰ ਦੇਖੇ ਪੜ੍ਹਾਈ ਦੇ। ਪਰ ਹਿੰਦੀ ਵੀ ਮੈਂ ਪੜ੍ਹੀ ਹੈ, ਪਰ ਮੈਂ ਪੰਜਾਬੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਭਾਸ਼ਾ ਮੰਨਦਾ। ਮੈਨੂੰ ਲੱਗਦਾ ਹੈ ਕਿ ਪੰਜਾਬੀ ਉਹ ਭਾਸ਼ਾ ਜਿਹੜੀ ਦੁਨੀਆ ਨੂੰ ਜੋੜ ਦਿੰਦੀ ਹੈ। ਹੁਣ ਇਹਦੇ ਨਾਲ ਅੱਜ ਅੰਗਰੇਜ਼ੀ ਵੀ ਸਾਡੇ ਕਿਸਾਨਾਂ ਨੇ ਬੋਲੀ, ਕਿਉਂਕਿ ਕੌਮੀ ਮੀਡੀਆ ਵਾਲੇ ਕਈਆਂ ਨੂੰ ਪੰਜਾਬੀ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ। ਅੱਜ ਅੰਗਰੇਜ਼ੀ ਦੇ ਨਾਲ ਉਹਨਾਂ ਨੂੰ ਸਾਡੇ ਕਿਸਾਨਾਂ ਦੀ ਗੱਲ ਬੜੀ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਹੈ ਕਿ ਹਕੀਕਤ ਦੇ ਵਿੱਚ ਜਿਹੜੇ ਕਾਨੂੰਨ ਨੇ ਇਹਨਾਂ 'ਚ ਬਹੁਤ ਸਾਰੀਆਂ ਕਮੀਆਂ ਨੇ, ਫਲॉज ਨੇ, ਬਹੁਤ ਸਾਰੇ ਇਹਨਾਂ ਕਾਨੂੰਨਾਂ ਦੇ ਡਿਸਐਡਵਾਂਟੇਜਸ ਨੇ। ਜਿਹੜਾ ਸਾਡਾ ਰੈਗੂਲਰ ਕ੍ਰੌਪ ਪੈਟਰਨ ਹੈ ਉਹਨੂੰ ਇਹ ਡੈਮੇਜ ਕਰਨਗੇ ਕਾਨੂੰਨ। ਅੱਜ ਕਿਸਾਨਾਂ ਨੇ ਸਮਝਾ ਦਿੱਤਾ ਕਿ ਸਾਡਾ ਜਿਹੜਾ ਐਗਰੀਕਲਚਰ ਦਾ ਸਟਰਕਚਰ ਹੈ ਜਾਂ ਸਾਡੀ ਜਿਹੜੀ ਇਕਨੋਮੀ ਹੈ ਐਗਰੀਕਲਚਰ ਦੀ, ਉਹ ਪੂਰੀ ਦੀ ਪੂਰੀ ਜਿਹੜਾ ਪ੍ਰੈਜ਼ੈਂਟ ਸਾਡਾ ਐਗਰੀਕਲਚਰ ਸਿਸਟਮ ਹੈ ਉਹਦੇ ਨਾਲ ਹੀ ਵਧੀਆ ਤਰੀਕੇ ਨਾਲ ਰਿਜ਼ਲਟ ਦੇ ਸਕਦੀ ਹੈ। ਸੋ ਜਿਹੜਾ ਇਹ ਬਦਲਵਾਂ ਢਾਂਚਾ ਲੈ ਕੇ ਆ ਰਹੇ ਨੇ ਉਹ ਕਿਸਾਨਾਂ ਨੇ ਰੱਦ ਕਰ ਦਿੱਤਾ ਮੁੱਢੋਂ ਹੀ ਸਪਸ਼ਟ ਤੌਰ ਤੇ ਜੀ। ਡੱਲਾ ਜੀ, ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ 8 ਮੰਗਾਂ ਜੋ ਤੁਸੀਂ ਗਿਣਾਈਆਂ ਨੇ ਇਹ ਰੱਖੀਆਂ ਨੇ, ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਕੇਂਦਰ ਸਰਕਾਰ ਦੀ, ਹਾਲਾਂਕਿ ਬੀਤੇ ਦਿਨ ਕੇਂਦਰੀ ਮੰਤਰੀ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਦੇ ਨਾਲ ਜਿਹੜੇ ਜਿਆਨੀ ਹੁਣਾਂ ਦੀ ਤੇ ਹਰਜੀਤ ਗਰੇਵਾਲ ਹੁਣਾਂ ਦੀ ਵੀ ਬੈਠਕ ਹੋਈ ਆ, ਉਦੋਂ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਾਈ। ਪਰ ਕਿਸਾਨਾਂ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਜੇ ਗੱਲ ਕਰਨੀ ਹੈ ਤਾਂ ਸਾਡੇ ਨਾਲ ਜਿੱਥੇ ਅਸੀਂ ਬੈਠੇ ਹਾਂ ਉੱਥੇ ਆ ਕੇ ਕਰ ਲਓ ਤੇ ਅੱਗੇ ਬਾਤ। ਮੈਂ ਉਹੀ ਕਹਿ ਰਿਹਾ ਨਾ, ਦੇਖੋ ਦੋ ਗੱਲਾਂ ਹੁੰਦੀਆਂ ਨੇ ਜੀ। ਮੈਂ ਬਾਰ-ਬਾਰ 1 ਮਹੀਨੇ ਦਾ 2 ਮਹੀਨੇ ਦਾ ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ ਮੈਂ ਕਹਿ ਰਿਹਾ ਕਿ ਸਰਕਾਰਾਂ ਦੀਆਂ ਗਰਦਨਾਂ ਲਚਕਦਾਰ ਹੋਣੀਆਂ ਚਾਹੀਦੀਆਂ ਨੇ ਜੀ। ਸਰਕਾਰਾਂ ਲੋਕਾਂ ਦੀਆਂ ਚੁਣੀਆਂ ਹੋਈਆਂ ਨੇ ਤੇ ਸਰਕਾਰਾਂ ਨੂੰ ਲੋਕ ਭਾਵਨਾ ਦਾ ਸਤਿਕਾਰ ਕਰਨਾ ਚਾਹੀਦਾ ਜੀ। ਸੋ ਸਰਕਾਰ ਸ਼ੁਰੂ 'ਚ ਦੇਖੋ ਸਖਤ ਹੋ ਗਈ, ਜ਼ਿੱਦ ਤੇ ਪੈ ਗਈ। ਅਗਰ ਰੇਲ ਗੱਡੀਆਂ, ਕਿਸਾਨਾਂ ਨੇ ਜਦੋਂ ਕਿਹਾ ਸੀ ਤੁਸੀਂ ਰੇਲ ਗੱਡੀਆਂ ਚਲਾਓ ਜੀ, ਅਸੀਂ 15 ਦਿਨ ਬਿਲਕੁਲ ਅਸੀਂ ਨਹੀਂ ਰੋਕਾਂਗੇ, ਤੁਸੀਂ ਮਾਲ ਗੱਡੀਆਂ ਚਲਾਓ। ਜਦੋਂ ਇਹ ਕਹਿੰਦੇ ਸੀ ਮਾਲ ਗੱਡੀਆਂ ਨਹੀਂ ਚਲਾਈਆਂ ਰੇਲ ਮੰਤਰੀ ਪਿਊਸ਼ ਗੋਇਲ ਜੀ ਨੇ ਵੀ। ਔਰ ਕਿਸਾਨ ਜਦੋਂ ਮੀਟਿੰਗ ਕਰਕੇ ਆਏ ਉਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਆਏ ਹਾਂ ਪਰ ਅਸੀਂ ਰੇਲਵੇ ਟਰੈਕ ਤੇ ਨਹੀਂ ਬੈਠੇ, ਤੁਸੀਂ ਮਾਲ ਗੱਡੀਆਂ ਚਲਾਓ। ਉਦੋਂ ਅੜ ਗਏ ਕੇਂਦਰ ਵਾਲੇ, ਰੇਲਵੇ ਵਾਲੇ ਵੀ ਅੜ ਗਏ ਵੀ ਨਹੀਂ, ਜੇ ਚੱਲਣਗੀਆਂ ਤੇ ਪੈਸੇਂਜਰ ਗੱਡੀਆਂ ਵੀ ਨਾਲ ਚੱਲਣਗੀਆਂ ਜੀ। ਹਾਂਜੀ, ਬੜਾ ਵਾਸਤਾ ਪਾਇਆ ਪੰਜਾਬ ਦੇ ਮੁੱਖ ਮੰਤਰੀ ਨੇ ਵੀ, ਪੰਜਾਬ ਦੇ ਲੋਕਾਂ ਨੇ ਵੀ ਕਿਹਾ। ਦੀਵਾਲੀ ਦਾ ਤਿਉਹਾਰ ਸੀ, ਕਾਰੋਬਾਰ ਪੰਜਾਬ ਦੇ ਇੰਨੇ ਠੱਪ ਹੋਏ, ਉਦਯੋਗ ਪੰਜਾਬ ਦਾ ਕਿੰਨਾ ਤਬਾਹ ਹੋਇਆ, ਵੱਡੀ ਗਿਣਤੀ ਕੰਟੇਨਰਾਂ 'ਚ ਮਾਲ ਫਸਿਆ ਹੋਇਆ ਸੀ। GST ਦਾ ਪੈਸਾ ਕੇਂਦਰ ਨੇ ਸੂਬੇ ਨੂੰ ਦਿੱਤਾ ਨਹੀਂ। ਆਰਥਿਕਤਾ ਪੰਜਾਬ ਦੀ ਰੱਬ ਸਹਾਰੇ ਚੱਲ ਰਹੀ ਹੈ ਜੀ। ਫਸਲ ਆਪਣੇ ਦਮ ਤੇ ਕਿਸਾਨਾਂ ਨੇ ਬੀਜੀ ਕਣਕ ਦੀ।
ਸੋ ਹੁਣ ਵੀ ਅਗਰ ਉਹ ਜ਼ਿੱਦੀ ਰਵੱਈਆ ਰੱਖਣਗੇ ਤੇ ਕਿਸਾਨਾਂ ਨੇ ਬਿਲਕੁਲ ਨਹੀਂ ਜਾਣਾ ਜੀ। ਅਗਰ ਉਹ ਦੇਖੋ, ਪੰਜਾਬ ਦੇ ਕਿਸਾਨਾਂ ਨੂੰ ਸ਼ਾਂਤੀਪੂਰਵਕ ਅੰਦੋਲਨ ਕਰਨੇ ਆਉਂਦੇ ਨੇ। ਮੈਂ ਤੁਹਾਨੂੰ ਅੱਗੇ ਵੀ ਕਹਿਣਾ, ਦੇਸ਼ ਦੀ ਆਜ਼ਾਦੀ ਦੇ ਅੰਦੋਲਨ, ਦੇਸ਼ ਦੀ ਆਜ਼ਾਦੀ ਦੇ ਅੰਦੋਲਨਾਂ ਦਾ ਮੁੱਢ ਕਿਸਾਨਾਂ ਨੇ ਬੰਨ੍ਹਿਆ ਸੀ ਜੀ। ਹੈ ਜੀ। ਬਿਲਕੁਲ। ਭਗਤ ਸਿੰਘ ਹੋ ਗਏ ਜਾਂ ਸਾਡੇ ਲਾਲਾ ਲਾਜਪਤ ਰਾਏ ਹੋ ਗਏ, ਦੇਖੋ ਕਿੰਨੀਆਂ ਲਹਿਰਾਂ ਚੱਲੀਆਂ ਦੇਸ਼ ਦੀ ਆਜ਼ਾਦੀ ਵੇਲੇ। ਪਗੜੀ ਸੰਭਾਲ ਜੱਟਾ, ਹੈ ਜੀ। ਕਿਸਾਨ ਸੁਧਾਰ ਸਭਾ ਬਣੀ ਸਾਡੇ ਮੁਲਕ 'ਚ ਕਿਸਾਨਾਂ ਦੇ ਮਸਲਿਆਂ ਤੇ। ਇਹ ਆਜ਼ਾਦੀ ਦੀ ਲੜਾਈ ਦੇ ਸਮੇਂ ਵੀ ਕਿਸਾਨ ਅੰਦੋਲਨ ਨੇ ਜਿਹੜੇ ਸਾਡੇ ਮੁਲਕ 'ਚ ਚੱਲਦੇ ਰਹੇ ਨੇ ਜੀ। ਸੋ ਜਿਹੜੇ ਕਿਸਾਨ ਨੇ ਪੁਰਾਣੇ ਸਮਿਆਂ ਤੋਂ ਵੀ ਇਹ ਵੀ ਆਜ਼ਾਦੀ ਘੁਲਾਟੀਆਂ ਨੇ। ਔਰ ਖਾਸ ਤੌਰ ਤੇ ਪੰਜਾਬ ਵਾਲੇ ਕਿਸਾਨ, ਸਾਡੇ ਪੁਰਾਣੇ ਬਾਬੇ, ਹੈ ਜੀ। ਕਿੰਨੇ ਸਾਡੇ ਪੁਰਾਣੇ ਬਾਬੇ ਜਿਨ੍ਹਾਂ ਨੂੰ ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ, ਆਜ਼ਾਦੀ ਦੀ ਲੜਾਈਆਂ ਉਹਨਾਂ ਨੇ ਲੜੀਆਂ ਨੇ, ਮੁਲਕ ਆਜ਼ਾਦ ਕਰਾਇਆ। ਔਰ ਕਿਸਾਨੀ ਅੰਦੋਲਨ ਵੀ ਉਹਨਾਂ ਨੇ ਨਾਲ ਚਲਾਏ ਨੇ। ਸੋ ਕਿਸਾਨਾਂ ਨੂੰ ਅੰਦੋਲਨ ਚਲਾਉਣੇ ਆਉਂਦੇ ਨੇ। ਅੰਨਾ ਹਜ਼ਾਰੇ ਨਾਲੋਂ ਵੱਧ ਤਾਕਤਵਰ ਬਣਦਾ ਜਾ ਰਿਹਾ ਹੈ ਅੰਦੋਲਨ। ਅੰਨਾ ਹਜ਼ਾਰੇ ਦੇ ਅੰਦੋਲਨ ਨਾਲੋਂ ਵੱਧ ਤਾਕਤਵਰ ਬਣਦਾ ਜਾ ਰਿਹਾ ਹੈ ਅੰਦੋਲਨ, ਕਿਉਂਕਿ ਪੂਰੇ ਦੇਸ਼ ਦੇ ਕਿਸਾਨ ਇਹਦੇ ਨਾਲ ਜੁੜ ਰਹੇ ਨੇ। ਸੋ ਮੇਰਾ ਮਨ ਇਹ ਕਹਿੰਦਾ ਕਿ ਕੇਂਦਰ ਦੀ ਸਰਕਾਰ ਨੂੰ 5 ਮੰਤਰੀਆਂ ਦੀ ਕਮੇਟੀ ਬਣਾ ਦੇਣੀ ਚਾਹੀਦੀ ਹੈ ਔਰ ਕਿਸਾਨਾਂ ਦੇ ਕੋਲੇ ਆਪ ਚਲੇ ਜਾਣਾ ਚਾਹੀਦਾ ਧਰਨੇ ਵਾਲੀ ਥਾਂ ਤੇ। ਔਰ ਗੱਡੀਆਂ 'ਚ ਉੱਥੇ ਜਾ ਕੇ, ਇਹ ਜ਼ਰੂਰ ਹੈ, ਅਗਰ ਤੁਸੀਂ ਕਿਸਾਨਾਂ ਨਾਲ ਉੱਥੇ ਜਾਓਗੇ, ਤੁਸੀਂ ਉੱਥੇ ਜਾ ਕੇ ਕਿਸਾਨਾਂ ਨੂੰ ਕਹੋ ਵੀ ਅਸੀਂ ਪੂਰੇ ਅਫਸਰਾਂ ਦੀਆਂ ਟੀਮਾਂ ਨਾਲ ਲੈ ਕੇ ਤੁਹਾਡੇ ਕੋਲੇ ਆਵਾਂਗੇ, ਉਸ ਤੋਂ ਬਾਅਦ ਅਸੀਂ ਸਾਂਝੀ ਥਾਂ ਤੇ ਜਾਵਾਂਗੇ। ਇਹ ਵੀ ਗੱਲ ਕਿਸਾਨ ਪ੍ਰਵਾਨ ਕਰ ਲੈਣਗੇ। ਸਰਕਾਰ ਐਦਾਂ ਦਾ ਪ੍ਰਸਤਾਵ ਭੇਜੇ ਕਿ 5 ਮੰਤਰੀ ਕਿਸਾਨਾਂ ਕੋਲੇ ਆਉਣਗੇ ਔਰ ਕਿਸਾਨਾਂ ਨੂੰ ਉਹਨਾਂ ਦੇ ਧਰਨੇ 'ਚ ਆ ਕੇ ਪੱਤਰ ਸੌਂਪਣਗੇ ਕਿ ਅਸੀਂ ਤੁਹਾਡੇ ਨਾਲ ਬਿਨਾਂ ਸ਼ਰਤ ਗੱਲਬਾਤ ਕਰਨ ਲਈ ਤਿਆਰ ਹਾਂ। ਤੇ ਫਿਰ ਕਿਸਾਨਾਂ ਦੇ ਨਾਲ ਕਿਤੇ ਮੀਟਿੰਗ ਜਿਹੜੀ ਹੈ ਹੋ ਸਕਦੀ ਹੈ, ਕਿਸੇ ਤੀਜੀ ਥਾਂ ਤੇ ਵੀ ਹੋ ਸਕਦੀ ਹੈ। ਪਰ ਅਗਰ ਸਰਕਾਰ ਇਹ ਕਹੂਗੀ ਕਿ ਪਹਿਲਾਂ ਸਾਡੀਆਂ ਸ਼ਰਤਾਂ ਕਿਸਾਨ ਮੰਗਣ, ਫਿਰ ਅਸੀਂ ਗੱਲ ਕਰਾਂਗੇ। ਔਰ ਕੇਂਦਰ ਦੇ ਖੇਤੀਬਾੜੀ ਮੰਤਰੀ ਮੈਂ ਦੇਖਿਆ ਕਈ ਵਾਰੀ ਉਹਨਾਂ ਨੇ ਲਚਕੀਲਾ ਰੁਖ ਨਹੀਂ ਰੱਖਿਆ। ਉਹ ਕਈ ਵਾਰੀ ਕਹਿ ਦਿੰਦੇ ਨੇ ਵੀ ਜਿਹੜੇ ਕਿਸਾਨ ਬਿੱਲ ਨੇ ਇਹ ਆਮਦਨ ਦੁੱਗਣੀ ਕਰ ਦੇਣਗੇ, ਕਿਸਾਨਾਂ ਲਈ ਬੜੇ ਫਾਇਦੇਮੰਦ ਨੇ। ਮੈਂ ਕਹਿੰਦਾ ਤੁਹਾਡੀ ਗੱਲ ਮੰਨ ਲਈ, ਪਰ ਤੁਸੀਂ ਕਿਸਾਨਾਂ ਦੀ ਗੱਲ ਤਾਂ ਸੁਣੋ ਨਾ। ਕਿਸਾਨ ਕਹਿ ਰਹੇ ਨੇ ਸਾਨੂੰ ਤਬਾਹ ਕਰ ਦੇਣਗੇ, ਕਿਸਾਨ ਕਹਿ ਰਹੇ ਨੇ ਸਾਡੀਆਂ 8-8 ਮੰਗਾਂ ਨੇ, ਕਿਸਾਨ ਕਹਿ ਰਹੇ ਨੇ ਤੁਸੀਂ ਕਿਹੜੇ ਕਿਸਾਨ ਸੰਗਠਨਾਂ ਦੀ ਮੰਗ ਤੋਂ ਬਾਅਦ ਇਹ ਬਿੱਲ ਬਣਾਏ ਨੇ? ਜੇ ਤੁਸੀਂ ਕਾਨੂੰਨ ਬਣਾਉਣੇ ਸੀ ਤਾਂ ਇਹਨਾਂ ਕਾਨੂੰਨਾਂ ਦੇ ਵਿੱਚ ਸਾਡੇ ਕਿਸਾਨਾਂ ਦੀਆਂ ਕਿੰਨੀਆਂ ਮੰਗਾਂ ਲਟਕੀਆਂ ਪਈਆਂ ਨੇ ਉਹਨਾਂ ਨੂੰ ਸ਼ਾਮਲ ਕਿਉਂ ਨਹੀਂ ਕੀਤਾ? MSP ਨੂੰ ਕਾਨੂੰਨ 'ਚ ਸ਼ਾਮਲ ਕਿਉਂ ਨਹੀਂ ਕੀਤਾ? ਤੁਸੀਂ ਇਹ ਕਾਨੂੰਨ ਕਿਉਂ ਨਹੀਂ ਬਣਾ ਦਿੰਦੇ ਕਿ ਸਰਕਾਰੀ ਖਰੀਦ ਹਮੇਸ਼ਾ ਜਾਰੀ ਰਹੇਗੀ? ਔਰ ਕਿਸਾਨਾਂ ਨੇ ਅੱਜ ਕਹਿਤਾ ਕਿ ਇਹਨਾਂ ਨੇ ਹੌਲੀ ਸਰਕਾਰੀ ਖਰੀਦ ਬੰਦ ਕਰ ਦੇਣੀ ਹੈ। ਔਰ ਜਦੋਂ ਸਰਕਾਰੀ ਖਰੀਦ ਬੰਦ ਕੀਤੀ ਤਾਂ ਖੇਤੀਬਾੜੀ ਦਾ ਸਾਰਾ ਢਾਂਚਾ ਪ੍ਰਾਈਵੇਟ ਹੱਥਾਂ 'ਚ ਚਲੇ ਜਾਣਾ ਹੈ ਤੇ ਪ੍ਰਾਈਵੇਟ ਕਾਰੋਬਾਰੀ ਫਿਰ ਲੁੱਟ ਖਸੁੱਟ ਕਰਨਗੇ, ਜਿਵੇਂ ਆਲੂ ਚੱਕਣ 'ਚ ਕਰਦੇ ਨੇ, ਪਿਆਜ਼ ਚੱਕਣ 'ਚ ਕਰਦੇ ਨੇ, ਲਸਣ ਚੱਕਣ 'ਚ ਕਰਦੇ ਨੇ, ਗੰਨਾ ਚੱਕਣ 'ਚ ਲੁੱਟ ਖਸੁੱਟ ਕਿੰਨੀ ਹੁੰਦੀ ਹੈ, ਕੇਲਾ ਚੱਕਣ 'ਚ ਲੁੱਟ ਖਸੁੱਟ ਕਿੰਨੀ ਹੁੰਦੀ ਹੈ। ਸੋ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਸਹਿਮਤੀ ਦੇ ਨਾਲ ਕਾਨੂੰਨ ਨਹੀਂ ਬਣਾਉਂਦੀ, ਮੈਨੂੰ ਲੱਗਦਾ ਹੈ ਇਹ ਅੰਦੋਲਨ ਖਤਮ ਨਹੀਂ ਹੋਣਾ। ਹਾਂ ਠੀਕ ਹੈ, ਹੋ ਸਕਦਾ ਹੈ ਸਰਕਾਰ ਤੇ ਕਿਸਾਨ ਆਮਣੇ ਸਾਹਮਣੇ ਹੋ ਜਾਣ, ਇਹ ਅੰਦੋਲਨ ਹੋਰ ਤਿੱਖਾ ਹੋ ਜੇ, ਪਰ ਇਹ ਅੰਦੋਲਨ ਤਦ ਤੱਕ ਖਤਮ ਨਹੀਂ ਹੋਣਾ ਗਗਨ ਜੀ ਕਿਸਾਨਾਂ ਦਾ। ਕਿਸਾਨ ਸ਼ਾਂਤੀਪੂਰਵਕ ਕਰਨਗੇ। ਅਗਰ ਸਰਕਾਰ ਨੇ ਜ਼ਬਰ ਕੀਤਾ ਫਿਰ ਇਹ ਅੰਦੋਲਨ ਲੰਬਾ ਹੋ ਜਾਣਾ। ਜੀ ਬਿਲਕੁਲ। ਸੋ ਡੱਲਾ ਜਾਂਦੇ ਇੱਕ ਟਿੱਪਣੀ ਤੁਹਾਡੀ ਉਸ ਪਾਸੇ ਵੀ ਲੈ ਕੇ ਜਾਊਂਗਾ ਕਿ ਜਦੋਂ ਤੋਂ ਸਪਲਾਈ ਲਾਈਨ ਟੁੱਟੀ ਹੈ ਤਾਂ ਉਹਨਾਂ ਟਰੱਕਾਂ ਦੀਆਂ ਲਾਈਨਾਂ, ਜਿਹੜੇ ਟਰੱਕ ਖੜੇ ਨੇ ਉਹਨਾਂ 'ਚ ਕਸ਼ਮੀਰ ਤੋਂ ਆਏ ਸੇਬ ਦੇ ਟਰੱਕ ਵੀ ਭਰੇ ਖੜੇ ਨੇ। ਤੇ ਕਸ਼ਮੀਰੀਆਂ ਦੇ ਮੈਂ ਦੇਖਿਆ ਗੱਲਬਾਤ ਕਰ ਰਹੇ ਸੀ ਮੀਡੀਆ ਨਾਲ, ਉਹ ਕਹਿੰਦੇ ਕਿ ਸਾਡਾ ਜੇ ਨੁਕਸਾਨ ਹੋ ਵੀ ਜਾਊ ਤੇ ਸਾਨੂੰ ਦੁੱਖ ਨਹੀਂ, ਅਸੀਂ ਕਿਸਾਨਾਂ ਦੇ ਨਾਲ ਆ। ਉਹ ਕਹਿੰਦੇ ਕਿ ਅਸੀਂ ਖੁਦ ਕਿਸਾਨ ਨੇ, ਉਹ ਵੀ ਕਿਸਾਨ ਨੇ। ਦੇਖੋ ਕਸ਼ਮੀਰ ਨੂੰ ਵੀ ਫਾਇਦਾ ਹੋਊਗਾ ਅਗਰ ਖੇਤੀ ਕਾਨੂੰਨ ਸੁਧਰਦੇ ਨੇ ਤਾਂ ਕਸ਼ਮੀਰ ਨੂੰ ਵੀ ਫਾਇਦਾ ਹੋਊਗਾ। ਕਿਸਾਨ ਦੇਖੋ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਦਾ ਵੀ ਤਾਂ ਨੁਕਸਾਨ ਹੈ ਨਾ। ਕਿਸੇ ਦੇ ਘਰੇ ਡੰਗਰ ਨੇ, ਮੱਝਾਂ ਨੇ, ਗਾਵਾਂ ਨੇ, ਦੁੱਧ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਕਣਕ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ, ਕਈਆਂ ਦਾ ਝੋਨਾ ਵੀ ਹਜੇ ਅੱਧਾ ਪਚੱਦਾ ਪਿਆ ਹੋਣਾ ਹੈ ਜੀ, ਕਈਆਂ ਨੇ ਹੋਰ ਬਹੁਤ ਆਪਣੇ ਕੰਮ ਧੰਦੇ ਛੱਡੇ ਹੋਣੇ। ਦੇਖੋ ਕਿਸਾਨੀ ਦਾ ਵੀ ਨੁਕਸਾਨ ਹੈ। ਗੱਲ ਇਹ ਹੈ ਕਿ ਜਦੋਂ ਅੰਦੋਲਨ ਹੁੰਦੇ ਨੇ, ਸੰਘਰਸ਼ ਹੁੰਦੇ ਨੇ, ਉਦੋਂ ਨੁਕਸਾਨ ਨਹੀਂ ਦੇਖੇ ਜਾਂਦੇ, ਉਦੋਂ ਭਵਿੱਖ ਦੇਖਿਆ ਜਾਂਦਾ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਮੈਂ ਤਾਂ ਇਹ ਚਾਹੂੰਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਦਾ ਮਾਰਨ ਕਿ ਤੁਸੀਂ ਮੇਰੇ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਆਓ, ਕਿਸਾਨਾਂ ਨੂੰ ਉਹ ਸੱਦਾ ਮਾਰਨ, ਕਿਸਾਨ ਯੂਨੀਅਨ ਦੇ ਆਗੂਆਂ ਨੂੰ। ਔਰ ਇਹ ਵੀ ਬੜੀ ਚੰਗੀ ਗੱਲ ਹੋਊਗੀ ਜੇ ਪ੍ਰਧਾਨ ਮੰਤਰੀ ਆਪਣੀਆਂ ਗੱਡੀਆਂ ਦਾ ਕਾਫਲਾ ਲੈ ਕੇ ਚਲੇ ਜਾਣ। ਇਹ ਵੀ ਇਤਿਹਾਸਿਕ ਗੱਲ ਹੋਊਗੀ। ਨਰਿੰਦਰ ਮੋਦੀ ਦੀ ਹਰਮਨ ਪਿਆਰਤਾ ਰਿਕਾਰਡ ਤੋੜ ਦੂਗੀ। ਪ੍ਰਧਾਨ ਮੰਤਰੀ 5 ਮੰਤਰੀਆਂ ਨੂੰ ਨਾਲ ਲੈ ਕੇ ਕਿਸਾਨਾਂ ਕੋਲੇ ਚਲੇ ਜਾਣ ਤੇ ਸਾਰੇ ਕਿਸਾਨ ਆਗੂਆਂ ਨੂੰ ਆਪਣੀਆਂ ਸਰਕਾਰੀ ਗੱਡੀਆਂ 'ਚ ਬਿਠਾ ਕੇ ਫਿਰ ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਲਿਆ ਕੇ ਗੱਲਬਾਤ ਸ਼ੁਰੂ ਹੋਣ।
ਇਹ ਵੀ ਇੱਕ ਨਵਾਂ ਇਤਿਹਾਸ ਨਰਿੰਦਰ ਮੋਦੀ ਰਚ ਸਕਦੇ ਨੇ। ਪਰ ਜੋ ਨਿਬੇੜਾ ਹੋਊਗਾ ਗਗਨ, ਹੁਣ ਗੇਂਦ ਕਿਸਾਨਾਂ ਵਾਲੇ ਪਾਸੇ ਨਹੀਂ, ਗੇਂਦ ਸਰਕਾਰ ਵਾਲੇ ਪਾਸੇ ਹੈ। ਫੈਸਲਾ ਸਰਕਾਰ ਨੇ ਕਰਨਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਕਿਵੇਂ ਗੱਲ ਕਰਨੀ ਹੈ, ਜ਼ਿੱਦ ਨਾਲ ਕਰਨੀ ਹੈ, ਟਕਰਾਅ ਨਾ ਕਰਨੀ ਹੈ, ਜਾਂ ਲਚਕ ਨਾ ਕਰਨੀ ਹੈ, ਜਾਂ ਮੁਹੱਬਤ ਨਾਲ ਕਰਨੀ ਹੈ, ਜੱਫੀ ਪਾ ਕੇ ਕਰਨੀ ਹੈ। ਇਹ ਹੁਣ ਸਰਕਾਰ ਦੇ ਹੱਥ ਹੈ ਜੀ। ਸੋ ਬਿਲਕੁਲ ਕਿਸਾਨਾਂ ਨੇ ਸਿੱਧੇ ਤੌਰ ਤੇ ਉੱਤੇ ਜੋ ਸੱਦੇ ਨੂੰ ਰੱਦ ਕੀਤਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਐਲਾਨ ਕੀਤੇ ਨੇ, ਹਾਲਾਂਕਿ ਅੱਜ ਜਿਹੜਾ ਕਿਸਾਨਾਂ ਨੇ ਐਲਾਨ ਕੀਤਾ ਕਿ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਅੱਜ ਉੱਥੇ ਧਾਰਮਿਕ ਦੀਵਾਨ ਵੀ ਜਿਹੜੇ ਉਸੇ ਮੋਰਚੇ ਦੇ ਵਿੱਚ ਸਜਾਏ ਜਾਣਗੇ ਤੇ ਉੱਥੇ ਹੀ ਜਿਹੜਾ ਗੁਰਪੁਰਬ ਮਨਾਉਣਗੇ। ਸੋ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਹਰ ਰੋਜ਼ ਐਲਾਨਨਾਮੇ ਹੋਣੇ ਨੇ, ਕਿਉਂਕਿ ਰੋਜ਼ 11 ਪਰ ਵਜੇ ਮੈਂ ਜ਼ਰੂਰ ਚਾਹੂੰਗਾ ਕਿ ਸਰਕਾਰ ਇਸ ਪਵਿੱਤਰ ਦਿਹਾੜੇ ਤੇ ਦੋ ਵੱਡੇ ਐਲਾਨ ਕਰ ਦੇ। ਇੱਕ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦਾ ਐਲਾਨ ਕਰ ਦੇ ਕਿ ਅਸੀਂ ਪੂਰੀ ਲਚਕ ਨਾਲ ਗੱਲਬਾਤ ਕਰਦੇ ਹਾਂ, ਤੇ ਦੂਜਾ ਮੋਦੀ ਸਾਹਿਬ ਐਲਾਨ ਕਰ ਦੇਣ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਾਂਗੇ। ਇਹ ਨਵਾਂ ਇਤਿਹਾਸ ਬਣ ਜਾਊਗਾ ਜੀ। ਬਿਲਕੁਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸਾਨੀ ਸੰਘਰਸ਼ ਕਿੱਧਰ ਨੂੰ ਜਾਂਦਾ ਹੈ ਤੇ ਕਿਹੜੀਆਂ ਲੀਹਾਂ ਨਵੀਆਂ ਇਹ ਕਿਸਾਨੀ ਸੰਘਰਸ਼ ਪੰਜਾਬ ਅਤੇ ਪੰਜਾਬ ਦੀ ਸਿਆਸਤ ਦੇ ਲਈ ਨਵੀਆਂ ਲੈ ਕੇ ਆਵੇਗਾ, ਉਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਇਸੇ ਤਰ੍ਹਾਂ ਚਰਚਾ ਅਜੇ ਇਸੇ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ। ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਤੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ। ਡੱਲਾ ਜੀ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।